ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਪੂ ਸੂਰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ, ਜੋ ਕਿ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੇ ਨੇ। ਤੁਸੀਂ ਦੇਖੋ ਕਿ ਬਾਪੂ ਸੂਰਤ ਸਿੰਘ ਨੇ ਇਹ ਮਾਮਲਾ ਉਠਾਇਆ ਤੇ ਜਿਨ੍ਹਾਂ ਨੇ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਖੜਾ ਕੀਤਾ, ਬਹੁਜਨ ਸਮਾਜ ਪਾਰਟੀ ਨਾਲ ਸੀ ਤੇ ਵੋਟ ਤਾਂ ਮਿਲਦੀ ਹੈ 44,428। ਅੱਜ ਜੇ ਭਾਈ ਬਲਜੀਤ ਸਿੰਘ ਦਾਦੂਵਾਲ ਜਾ ਕੇ ਉੱਥੇ ਮਿਲੇ ਨੇ, ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਸਾਡੇ ਮਾਨਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੰਟਰਵੀਨ ਕੀਤਾ, ਪਰ ਉਹ ਵੀ ਇੰਟਰਵੀਨ ਜੀ ਉਹਦੇ ਪਿਛਲੇ ਪਾਸੇ ਵੀ ਸਿਆਸਤ। ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਕੱਤਰਤਾ ਹੁੰਦੀ ਹੈ ਜੀ, ਉਹਦੇ ਵਿੱਚ ਮਾਨ ਸਾਹਿਬ ਵੀ ਬੈਠੇ ਸੀ, ਉਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬੈਠੇ ਸੀ ਜੀ, ਉਹਦੇ ਵਿੱਚ ਸਿਰਸਾ ਸਾਹਿਬ, ਜੀਕੇ ਸਾਹਿਬ, ਕਾਲਕਾ ਸਾਹਿਬ, ਇਹ ਜਿੰਨੇ ਵੀ ਸਾਹਿਬ ਨੇ ਸਾਰੇ ਬੈਠੇ ਸੀ ਜੀ। ਉੱਥੇ ਮਾਮਲਾ ਬੰਦੀ ਸਿੰਘਾਂ ਦਾ ਉੱਠਿਆ। ਇਹ ਬਣਿਆ ਵੀ ਆਪਾਂ ਸਾਰੇ ਜਣੇ ਦੋ ਮੁੱਖ ਮੰਤਰੀਆਂ ਨੂੰ ਤੇ ਇੱਕ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਦੇ ਆਂ ਜੀ। ਉਹ ਮੁੜ ਕੇ ਇਕੱਠੇ ਹੀ ਨਹੀਂ ਹੋਏ। ਬਲਜੀਤ ਸਿੰਘ ਦਾਦੂਵਾਲ 3 ਮਈ ਨੂੰ ਵੀ ਬੋਲੇ ਕਿ ਧਾਮੀ ਸਾਹਿਬ, ਆ ਜਿਹੜੇ ਲੋਕ ਇੱਥੇ ਸਿਆਸਤਾਂ ਕਰਦੇ ਆ ਉਹਨਾਂ ਨੂੰ ਪਰੇ ਕਰ ਦਿਓ ਜੀ। ਜਿੱਦਣ ਇਹ ਪ੍ਰਭਾਵ ਬਣ ਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਸਿਆਸਤ ਨਹੀਂ, ਅਸੀਂ ਨੰਗੇ ਪੈਰੀ ਆਵਾਂਗੇ, ਜਿਹੜਾ ਕੁਝ ਕਰਾਉਣਾ ਕਰਾ ਲਿਓ। ਮਾਨ ਸਾਹਿਬ ਨੂੰ ਮਿਲਣਗੇ ਕਿ ਐਕਤੀ ਤੁਸੀਂ ਇਹ ਬੀਬੀ ਕਮਲਦੀਪ ਰਾਜੋਆਣਾ ਨੂੰ ਸਪੋਰਟ ਕਰਦੇ ਹੋ, ਅਗਲੀ ਵਾਰ ਜਿੱਥੋਂ ਕਰੋਗੇ ਅਕਾਲੀ ਦਲ ਤੁਹਾਡੀ ਮਦਦ ਕਰੇਗਾ। 35,000 ਵੋਟਾਂ ਵਾਲਾ ਅਕਾਲੀ ਦਲ ਮਦਦ ਕਰੇਗਾ। ਮੈਂ ਸਮਝਦਾ ਕਿ ਕਾਹਲੀ ਕੀਤੀ ਕਿ ਲੋਕਾਂ ਦੇ ਵਿੱਚ ਇਹ ਚਰਚਾ ਕਿ ਉਹ ਬਲੀ ਸੰਗਰੂਰ ਦੀਆਂ ਚੋਣਾਂ ਵਾਸਤੇ ਲਈ ਗਈ। ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜੀ। ਜਦੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ 1998 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਇੱਥੇ ਚਲੇ ਗਏ ਸੀ ਨਿਰੰਕਾਰੀ ਭਵਨ ਦੇ ਵਿੱਚ, ਤਾਂ ਇੱਕ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ 5 ਦਿਨ ਚੌਪਈ ਸਾਹਿਬ ਦੇ ਪਾਠ ਤੇ ਦਾਤਨਾਂ ਦੀ ਸੇਵਾ ਲਾ ਦਿਓ, ਲੋਕਾਂ 'ਚ ਇਹ ਜਾਏਗਾ ਕਿ ਸਿੱਖਾਂ ਨੇ ਆਪਣਾ ਪੋਪ ਵੀ ਨਹੀਂ ਬਖਸ਼ਿਆ। ਉਹਨਾਂ ਦੀ ਜ਼ਮਾਨਤ ਤੋਂ ਬਾਅਦ ਕੀ ਉਹ ਆਪਣੀ ਗੱਲ ਤੇ ਖੜਦੇ ਆ? ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਮੈਂ ਖੁਲਾਸੇ ਕਰੂੰਗਾ ਬਾਹਰ ਆ ਕੇ। ਉਹ ਕਰਦੇ ਆ ਨਹੀਂ ਕਰਦੇ ਸਮਾਂ ਦੱਸੇਗਾ, ਪਰ ਜਦੋਂ ਉਹਨਾਂ ਨੂੰ ਫੜਿਆ ਗਿਆ ਸੀ ਜੀ, ਮੈਂ ਇਹ ਸਮਝਦਾ ਕਿ ਉਹਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਜਾਂਦੇ, ਪਹਿਲਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਂਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਵਿਆਹ ਕਰਵਾਇਆ ਤੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਆ ਢਿੱਲੋਂ ਸਾਹਿਬ, ਪਰ ਉਹਨਾਂ ਨੇ ਜੋ ਉਹਨਾਂ ਦੀ ਪੁਰਾਣੀ ਜ਼ਿੰਦਗੀ ਸੀ ਉਹਦੇ ਬਾਰੇ ਵੀ ਸਪਸ਼ਟੀਕਰਨ ਜਿਹੜਾ ਹੁਣ ਦਿੱਤਾ ਹੈ। ਅੱਜ ਉਹਨਾਂ ਨੇ ਟਵੀਟ ਕਰਕੇ ਕਿਹਾ ਹੈਗਾ ਕਿ ਮੇਰਾ 2015 ਦੇ ਵਿੱਚ ਜਿਹੜਾ ਸੀਗਾ ਬੀਬੀ ਇੰਦਰਪ੍ਰੀਤ ਕੌਰ ਗਰੇਵਾਲ ਨਾਲ ਤਲਾਕ ਹੋ ਗਿਆ ਸੀ ਜੀ। ਬੀਬੀ ਜੀ ਚਾਹੁੰਦੇ ਸੀ ਕਿ ਮੈਂ ਇੱਥੇ ਪੰਜਾਬ ਨੂੰ ਛੱਡ ਕੇ ਉਹਨਾਂ ਦੇ ਨਾਲ ਅਮਰੀਕਾ 'ਚ ਬਸਾਂ, ਪਰ ਮੈਂ ਪੰਜਾਬ ਨੂੰ ਤਰਜੀਹ ਦਿੱਤੀ। ਪਾਰਟੀ ਦੇ ਅੰਦਰੋਂ ਆਵਾਜ਼ਾਂ ਉੱਠੀਆਂ ਨੇ। ਪਾਰਟੀ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ ਨੇ ਆਵਾਜ਼ ਚੁੱਕੀ ਆ। ਉਹ ਕਹਿੰਦੇ ਪਾਰਟੀ ਦੀ ਮੁੜ ਸੁਰਜੀਤੀ ਹੋਣੀ ਚਾਹੀਦੀ ਹੈ, ਅਕਾਲੀ ਦਲ ਦੀ ਮੁੜ ਸੁਰਜੀਤੀ ਹੋਣੀ ਚਾਹੀਦੀ ਹੈ। ਦੇਖੋ ਕਿ ਕਿਸੇ ਵੀ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਉਸ ਰਾਜ ਦੇ ਪੱਖ 'ਚ ਹੁੰਦਾ। ਅਕਾਲੀ ਦਲ ਦੀ ਇਹ ਸਥਿਤੀ ਕਿਉਂ ਬਣੀ? ਇਹ 2015 'ਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਨੇ ਪੈਦਾ ਕੀਤੀ। ਇਹਨਾਂ ਨੇ ਕਮੇਟੀ ਬਣਾਈ ਜੀ। ਉਹ ਕਮੇਟੀ ਨੇ ਵੀ ਇਹ ਗੱਲ ਮੰਨੀ ਕਿ ਸਾਡੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਇਹਨਾਂ ਨੇ ਪਿੱਠ ਥਾਪੜੀ ਕਿ ਸਾਡੀ ਵੇਲੇ ਹੋਇਆ ਔਰ ਸਾਡਾ ਕਿਤੇ ਨਾਂ ਨਹੀਂ, ਅਸੀਂ ਕਦੋਂ ਕਹਿੰਦੇ ਆ ਨਾਂ ਤੁਹਾਡਾ, ਇਹਦੀ ਤਾਂ ਤੁਹਾਡਾ ਨਾਂ ਹੈ ਨਹੀਂ। ਇਹ ਜਿਹੜੀਆਂ ਬੇਅਦਬੀਆਂ ਕੀਤੀਆਂ ਸੀ ਇਹ ਡੇਰੇ ਵਾਲੇ ਨੇ ਕੀਤੀਆਂ, ਤੇ ਮੌਕਾ ਕਿਹਨੇ ਦਿੱਤਾ? ਸਰਕਾਰ ਕਿਹਦੀ ਸੀ? ਉਹਦੇ ਬਾਰੇ ਚੁੱਪ ਨੇ। ਮੈਂ ਖੁਦ ਪਰਮਿੰਦਰ ਸਿੰਘ ਢੀਂਡਸਾ ਦੀ ਇੰਟਰਵਿਊ ਕਰ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਦੁਬਾਰੇ ਤੁਹਾਡਾ ਜੀ ਨਹੀਂ ਕਰਦਾ ਅਕਾਲੀ ਦਲ 'ਚ ਜਾਣ ਨੂੰ? ਉਹ ਗੱਲਬਾਤ ਕਰਦੇ ਕਰਦੇ ਉਹਨਾਂ ਅੱਖਾਂ 'ਚੋਂ ਹੰਝੂ ਨਿਕਲੇ ਆਏ, ਉਹ ਭਾਵੁਕ ਹੋ ਗਏ। ਉਹ ਕਹਿੰਦੇ ਯਾਰ ਮੈਂ ਤਾਂ ਅਕਾਲੀ ਦਲ ਦੇ ਵਿੱਚ ਪਲ ਕੇ ਵੱਡਾ ਹੋਇਆ, ਮੈਂ ਤਾਂ ਕੋਈ ਹੋਰ ਪਾਰਟੀ 'ਚ ਗਿਆ ਨਹੀਂ। ਕਹਿੰਦਾ ਹੁਣ ਜੇ ਬਾਦਲ ਪਰਿਵਾਰ ਪਿੱਛੇ ਹਟ ਜੇ ਅਸੀਂ ਤਾਂ ਹੁਣ ਪਾਰਟੀ 'ਚ ਜਾਣ ਨੂੰ ਤਿਆਰ ਹਾਂ। ਜਿਹੜੀ ਜਗਮੀਤ ਸਿੰਘ ਬਰਾੜ ਨੇ ਦੂਜੀ ਗੱਲ ਆਖੀ ਹੈ ਉਹਦੇ 'ਚ ਇਹੀ ਆਖੀ ਹੈ ਜੀ ਕਿ ਉਹਨਾਂ ਸਾਰੇ ਆਗੂਆਂ ਨੂੰ ਦੁਬਾਰਾ ਪਾਰਟੀ 'ਚ ਸ਼ਾਮਲ ਕੀਤਾ ਜਾਵੇ ਜਿਹੜੇ ਛੱਡ ਕੇ ਚਲੇ ਗਏ। ਜੀ। ਉਹ ਛੱਡ ਕੇ ਕਿਉਂ ਗਏ? ਉਹ ਕਾਰਨਾਂ ਤੇ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਸਭ ਤੋਂ ਵੱਧ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਕੁਲਦੀਪ ਸਿੰਘ ਭੋੜੇ।
ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਜਿਸ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ। ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ, ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਢਿੱਲੋਂ ਸਾਹਿਬ ਬਹੁਤ-ਬਹੁਤ ਸਵਾਗਤ। ਸ਼ੁਕਰੀਆ ਜੀ, ਬਹੁਤ-ਬਹੁਤ ਮਿਹਰਬਾਨੀ ਕੁਲਦੀਪ ਜੀ। ਜੀ ਢਿੱਲੋਂ ਸਾਹਿਬ, ਪੰਜਾਬ ਦੀ ਸਿਆਸਤ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਸਮੇਂ-ਸਮੇਂ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਗੂੰਜਦਾ ਰਿਹਾ ਹੈ। ਸੰਗਰੂਰ ਜਿਮਨੀ ਚੋਣ ਦੇ ਵਿੱਚ ਵੀ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਆਵਾਜ਼ ਉੱਠੀ ਸੀ। ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਬਾਪੂ ਸੂਰਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ, ਜੋ ਕਿ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੰਘਰਸ਼ ਕਰ ਰਹੇ ਨੇ। ਬਾਪੂ ਸੂਰਤ ਸਿੰਘ ਦਾ ਜਿਹੜਾ ਸੰਘਰਸ਼ ਆ ਉਹ ਅੱਜ ਦਾ ਨਹੀਂ ਹੈਗਾ ਜੀ। ਜਿਨ੍ਹਾਂ ਨੇ ਆਪਣੀ ਸਿਆਸੀ ਜ਼ਮੀਨ ਮੁੜ ਤੋਂ ਉਸਾਰਨ ਵਾਸਤੇ ਬੰਦੀ ਸਿੰਘਾਂ ਦਾ ਮਾਮਲਾ ਉਠਾਇਆ, ਕੁਲਦੀਪ ਜੀ, ਜੇ ਕੋਈ ਗੱਲ ਦਿਲ ਤੋਂ ਉਠਾਈ ਜਾਵੇ, ਜੀ, ਮਨ ਤੋਂ ਉਠਾਈ ਜਾਵੇ, ਉਹਦੇ ਪਿੱਛੇ ਭਾਵਨਾ ਸੱਚੀ ਹੋਵੇ, ਉਹਨੂੰ ਕਹਿੰਦੇ ਦਰਗਾਹੋਂ ਵੀ ਫਲ ਮਿਲਦਾ ਹੈ। ਜੀ। ਪਰ ਜੇ ਉਹਦੇ ਵਿੱਚ ਸਿਆਸਤ ਹੋਵੇ, ਅੱਜ ਜਿਸ ਸਥਿਤੀ ਦੇ ਵਿੱਚ ਉਹ ਲੋਕ ਜਾ ਚੁੱਕੇ ਨੇ, ਉਹਨੂੰ ਮੁੜ ਸਰਜੀਤ ਕਰਨ ਵਾਸਤੇ ਬਹੁਤ ਵੱਡੇ ਕਦਮਾਂ ਦੀ ਜ਼ਰੂਰਤ ਹੈ। ਜੀ। ਤੁਸੀਂ ਦੇਖੋ ਕਿ ਬਾਪੂ ਸੂਰਤ ਸਿੰਘ ਨੇ ਇਹ ਮਾਮਲਾ ਉਠਾਇਆ ਤੇ ਜਿਨ੍ਹਾਂ ਨੇ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਖੜਾ ਕੀਤਾ, ਬਹੁਜਨ ਸਮਾਜ ਪਾਰਟੀ ਨਾਲ ਸੀ ਤੇ ਵੋਟ ਤਾਂ ਮਿਲਦੀ ਹੈ 44,428। ਜੀ। ਉਹਨਾਂ ਚੋਂ 10,000 ਵੋਟ ਦਾ ਦਾਅਵਾ ਕਰਦੀ ਹੈ ਬਹੁਜਨ ਸਮਾਜ ਪਾਰਟੀ ਵੀ ਸਾਡੀ ਹਜ਼ਾਰ ਵੋਟ ਤਾਂ ਹਰੇਕ ਹਲਕੇ 'ਚ ਹੈ। ਇਹਦਾ ਮਤਲਬ ਉਹਨਾਂ ਨੂੰ 35,000 ਵੋਟ ਪਈ। ਜੀ। 9 ਚੌਕਾ 36, 4,000 ਵੋਟ ਹੀ ਸਿਰਫ ਇੱਕ ਹਲਕੇ 'ਚੋਂ ਪਈ। ਅੱਜ ਜੇ ਭਾਈ ਬਲਜੀਤ ਸਿੰਘ ਦਾਦੂਵਾਲ ਜਾ ਕੇ ਉੱਥੇ ਮਿਲੇ ਨੇ, ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਸਾਡੇ ਮਾਨਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੰਟਰਵੀਨ ਕੀਤਾ, ਪਰ ਉਹ ਵੀ ਇੰਟਰਵੀਨ ਜੀ, ਉਹਦੇ ਪਿਛਲੇ ਪਾਸੇ ਵੀ ਸਿਆਸਤ ਸੀ। ਇਹ ਬਲਜੀਤ ਸਿੰਘ ਦਾਦੂਵਾਲ ਨੇ 3 ਮਈ 2022 ਨੂੰ ਜਦੋਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇਕੱਤਰਤਾ ਹੁੰਦੀ ਹੈ, ਜੀ, ਉਹਦੇ ਵਿੱਚ ਮਾਨ ਸਾਹਿਬ ਵੀ ਬੈਠੇ ਸੀ, ਉਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬੈਠੇ ਸੀ, ਜੀ, ਉਹਦੇ ਵਿੱਚ ਸਿਰਸਾ ਸਾਹਿਬ, ਜੀਕੇ ਸਾਹਿਬ, ਕਾਲਕਾ ਸਾਹਿਬ, ਇਹ ਜਿੰਨੇ ਵੀ ਸਾਹਿਬ ਨੇ ਸਾਰੇ ਬੈਠੇ ਸੀ। ਜੀ। ਉੱਥੇ ਮਾਮਲਾ ਬੰਦੀ ਸਿੰਘਾਂ ਦਾ ਉੱਠਿਆ। ਇਹ ਬਣਿਆ ਵੀ ਆਪਾਂ ਸਾਰੇ ਜਣੇ 2 ਮੁੱਖ ਮੰਤਰੀਆਂ ਨੂੰ ਤੇ ਇੱਕ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਦੇ ਆਂ। ਜੀ। ਉਹ ਮੁੜ ਕੇ ਇਕੱਠੇ ਹੀ ਨਹੀਂ ਹੋਏ ਅਜੇ ਤੱਕ। ਸੋ ਮੇਰੇ ਕਹਿਣ ਦਾ ਮਤਲਬ ਕਿ ਅੱਜ ਜਦੋਂ ਗਏ ਨੇ ਤਾਂ ਬਾਪੂ ਸੂਰਤ ਸਿੰਘ ਅੱਜ ਵੀ ਕਹਿ ਰਹੇ ਨੇ ਕਿ ਉਹ ਸਾਰੇ ਇਕੱਠੇ ਹੋ ਜਾਓ। ਬਿਲਕੁਲ। ਇਤਿਹਾਸ ਕੀ ਕਹਿੰਦਾ ਹੈ? 1999 ਦੀ ਵਿਸਾਖੀ ਦੇ ਖਾਲਸੇ ਦਾ ਜਨਮ ਦਿਹਾੜਾ ਮਨਾਉਣਾ ਸੀ। ਜੀ। ਉਸ ਵੇਲੇ ਦੇ ਆਗੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਵਖਰੇਵੇਂ ਪੈਦਾ ਹੋ ਗਏ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਭਾਈ ਰਣਜੀਤ ਸਿੰਘ ਜੀ। ਇਹਨਾਂ ਨੇ ਉਦੋਂ ਇੱਕ ਹੁਕਮਨਾਮਾ ਜਾਰੀ ਕਰਕੇ ਆਖਿਆ ਕਿ ਜਿਹੜੇ ਤੁਹਾਡੇ ਮਤਭੇਦ ਨੇ ਇਹ ਬਾਅਦ ਦੇ ਵਿੱਚ ਲੜਾਈ ਕਰ ਲਿਓ, ਇਸ ਵੇਲੇ ਤੁਸੀਂ ਇਕੱਠੇ ਹੋ ਕੇ ਇਹ ਦਿਹਾੜਾ ਮਨਾਓ। ਵਿਸ਼ਵ ਦੇ ਵਿੱਚ ਇੱਕ ਵੱਖਰਾ ਸੰਦੇਸ਼ ਜਾਏਗਾ ਕਿ ਸਿੱਖ ਕੌਮ ਨੇ ਇਹ ਸਾਰਾ ਦਿਹਾੜਾ ਸਾਂਝੇ ਰੂਪ ਦੇ ਵਿੱਚ ਮਨਾਇਆ। ਹੋਇਆ ਕੀ? ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਵਿੱਚੋਂ ਕੱਢਤਾ, ਕਿਉਂਕਿ ਬਾਦਲ ਸਾਹਿਬ ਬਹੁਤ ਭਾਰੂ ਸੀ ਉਸ ਵੇਲੇ, ਜੀ, ਮੁੱਖ ਮੰਤਰੀ ਸੀਗੇ। ਤੇ ਹੁਣ ਮਾਨ ਸਾਹਿਬ ਵੀ ਤਾਂ ਉਹੀ ਗੱਲ ਕਹਿੰਦੇ ਆ ਵੀ ਜਿਹਦੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੈ ਉਹੀ ਪੰਥਕ ਹੈ। ਇਸ ਕਰਕੇ ਉਦੋਂ ਉਹਨਾਂ ਨੇ ਕਿਹਾ ਇਕੱਠੇ ਹੋ ਕੇ ਲੜ ਲਓ। ਹੁਣ ਜਦੋਂ ਜਥੇਦਾਰ ਸਾਹਿਬ ਨੇ ਕਿਹਾ, ਇਹ ਕਿੰਨੇ ਕੁ ਗੰਭੀਰ ਸੀ, ਉੱਥੇ ਬਲਜੀਤ ਸਿੰਘ ਦਾਦੂਵਾਲ 3 ਮਈ ਨੂੰ ਵੀ ਬੋਲੇ ਕਿ ਧਾਮੀ ਸਾਹਿਬ, ਆ ਜਿਹੜੇ ਲੋਕ ਇੱਥੇ ਸਿਆਸਤਾਂ ਕਰਦੇ ਆ ਉਹਨਾਂ ਨੂੰ ਪਰੇ ਕਰ ਦਿਓ। ਜੀ। ਜਿੱਦਣ ਇਹ ਪ੍ਰਭਾਵ ਬਣ ਗਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਸਿਆਸਤ ਨਹੀਂ, ਅਸੀਂ ਨੰਗੇ ਪੈਰੀ ਆਵਾਂਗੇ, ਜਿਹੜਾ ਕੁਝ ਕਰਾਉਣਾ ਕਰਾ ਲਿਓ। ਜੀ। ਬਾਅਦ ਦੇ ਵਿੱਚ ਮਾਨ ਸਾਹਿਬ ਨੂੰ ਮਿਲਣਗੇ ਕਿ ਐਕਤੀ ਤੁਸੀਂ ਇਹ ਬੀਬੀ ਕਮਲਦੀਪ ਰਾਜੋਆਣਾ ਨੂੰ
ਸਪੋਰਟ ਕਰਦੇ ਹੋ ਅਗਲੀ ਵਾਰ ਜਿੱਥੋਂ ਕਰੋਗੇ ਅਕਾਲੀ ਦਲ ਤੁਹਾਡੀ ਮਦਦ ਕਰੇਗਾ। 35,000 ਵੋਟਾਂ ਵਾਲਾ ਅਕਾਲੀ ਦਲ ਮਦਦ ਕਰੇਗਾ। ਇਸ ਕਰਕੇ ਜਿਹੜਾ ਇਹ ਬੰਦੀ ਸਿੰਘਾਂ ਦਾ ਮਾਮਲਾ ਹੈ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇ ਬਾਪੂ ਸੂਰਤ ਸਿੰਘ ਵੀ ਕਹਿੰਦੇ ਨੇ ਕਿ ਸਾਰੇ ਇਕੱਠੇ ਹੋ ਕੇ ਇਸ ਮਸਲੇ ਤੇ ਆਓ, ਤੇ ਜਿਹੜੇ ਹੁਣ ਕਹਿੰਦੇ ਨੇ ਕਿ ਬੰਦੀ ਸਿੰਘਾਂ ਦੀ ਗੱਲ ਕਰੋ, ਤੇ ਜਦੋਂ ਸਰਕਾਰ 'ਚ ਭਾਈਵਾਲ ਸੀ 2019 'ਚ ਪ੍ਰਧਾਨ ਮੰਤਰੀ ਸਾਹਿਬ ਬੋਲ ਕੇ ਗਏ ਸੀ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਉਦੋਂ ਤਾਂ ਪਾਵਰ ਸਾਰੀ ਤੁਹਾਡੇ ਕੋਲੇ ਸੀ, ਉਦੋਂ ਤੁਸੀਂ ਕਿਉਂ ਨਾ ਕੀਤੀ ਜੀ। ਵੇਲੇ ਦੇ ਰਾਗ ਕਵੇਲੇ ਦੀਆਂ ਟੱਕਰਾਂ, ਇਸ ਕਰਕੇ ਇਹ ਸਾਰਾ ਜਿਹੜਾ ਹੈਗਾ ਅਸੀਂ ਕਹਿੰਦੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਅੱਜ ਅਕਾਲੀ ਦਲ ਇੱਥੇ ਖੜ ਕੇ ਗਿਆ, ਇਹਦੇ 'ਚ ਖੁੱਲੇ ਮਨ ਦੇ ਨਾਲ ਵਿਚਾਰਾਂ ਕਰਕੇ ਇੱਕ ਮੰਚ ਤੇ ਜੱਦਰ ਸਾਹਿਬ ਨੂੰ ਸਾਰਿਆਂ ਨੂੰ ਬਹਾਉਣਾ ਚਾਹੀਦਾ ਹੈ, ਤੇ ਜੇ ਸਾਰੇ ਇਕੱਠੇ ਹੋ ਕੇ ਲੜਾਂਗੇ ਤਾਂ ਬਹੁਤ ਕੁਝ ਜਿੱਤ ਵੀ ਸਕਦੇ ਹਾਂ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ, ਅੱਜ ਬਰਖਾਸਤ ਕੈਬਨਿਟ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਜ਼ਮਾਨਤ ਮਿਲ ਗਈ ਹੈ। ਜਦੋਂ ਉਹ ਮੋਹਾਲੀ ਕੋਰਟ ਦੇ ਵਿੱਚ ਆਉਂਦੇ ਸੀ, ਮੈਂ ਵੀ ਕਵਰ ਕੀਤੀਆਂ ਨੇ ਉਹਨਾਂ ਦੀਆਂ 1-2 ਪੇਸ਼ੀਆਂ, ਉਹ ਕਹਿੰਦੇ ਸੀ ਜਦੋਂ ਮੈਂ ਬਾਹਰ ਆਊਂਗਾ ਜਾਂ ਕਹਿੰਦੇ ਸੀ ਮੈਂ ਖੁਲਾਸਾ ਕਰੂੰਗਾ। ਕੀ ਲੱਗਦਾ ਤੁਹਾਨੂੰ ਕਿ ਕੋਈ ਸੱਚਾਈ ਲੋਕਾਂ ਦੇ ਸਾਹਮਣੇ ਬਾਹਰ ਆਊਗੀ? ਜੋ ਕੁਝ ਉਹਨਾਂ ਨਾਲ ਵਾਪਰ ਗਿਆ ਉਹ ਸਾਰਾ ਕੁਝ ਠੀਕ ਹੈ ਜੀ। ਮੈਂ ਸਮਝਦਾ ਕਿ ਕਾਹਲੀ ਕੀਤੀ ਕਿ ਲੋਕਾਂ ਦੇ ਵਿੱਚ ਇਹ ਚਰਚਾ ਕਿ ਉਹ ਬਲੀ ਸੰਗਰੂਰ ਦੀਆਂ ਚੋਣਾਂ ਵਾਸਤੇ ਲਈ ਗਈ ਸੀ, ਵੀ ਤਾਂ ਕਿ ਉਸ ਮੁੱਦੇ ਦੇ ਉੱਤੇ ਚੋਣਾਂ ਲੜੀਆਂ ਜਾਣ, ਕਿ ਮਾਨ ਸਾਹਿਬ ਤਾਂ ਆਪਣਾ ਵੀ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਹੈ ਜੀ। ਜਦੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ 1998 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਇੱਥੇ ਚਲੇ ਗਏ ਸੀ ਨਿਰੰਕਰੀ ਭਵਨ ਦੇ ਵਿੱਚ, ਤਾਂ ਇੱਕ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ 5 ਦਿਨ ਚੌਪਈ ਸਾਹਿਬ ਦੇ ਪਾਠ ਤੇ ਦਾਤਨਾਂ ਦੀ ਸੇਵਾ ਲਾ ਦਿਓ, ਲੋਕਾਂ 'ਚ ਇਹ ਜਾਏਗਾ ਕਿ ਸਿੱਖਾਂ ਨੇ ਆਪਣਾ ਪੋਪ ਵੀ ਨਹੀਂ ਬਖਸ਼ਿਆ ਜੀ। ਤੇ ਮਾਨ ਸਾਹਿਬ ਦਾ ਇਹ ਸੁਨੇਹਾ ਜਾਏਗਾ ਕਿ ਉਹਨਾਂ ਨੇ ਤਾਜ਼ਾ ਤਰੀਮ ਆਪਣਾ ਮੰਤਰੀ ਕੋ ਫੜ ਕੇ ਟੰਗਤਾ, ਪਰ ਅਫਸੋਸ ਉਸ ਤੋਂ ਬਾਅਦ ਪਿੱਛੇ ਸੋਚ ਜਿਹੜੀ ਸੀ ਉਹ ਸਹੀ ਨਹੀਂ ਸੀ ਜੀ। ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਲੁਕਣ ਮਿੱਟੀ ਸੀ। ਤਾਂ ਉਦੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਦੀ ਕਤਲ ਹੋ ਜਾਂਦਾ ਹੈਗਾ, ਤੇ ਵਿਜੇ ਸਿੰਗਲੇ ਵਾਲਾ ਮਾਮਲਾ ਵਿੱਚ ਵਿਚਾਲੇ ਰਹਿ ਗਿਆ। ਸਿੱਧੂ ਮੂਸੇਵਾਲੇ ਦਾ ਮਾਮਲਾ ਜ਼ਿਆਦਾ ਪੱਕ ਗਿਆ ਜੀ। ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦਾ ਮਾਮਲਾ ਜਿਹੜਾ ਭਖਿਆ, ਉਹਨੇ ਇਹਨਾਂ ਨੂੰ ਉਹ ਸੰਗਰੂਰ ਜਿੱਥੇ 6,43,000 ਵੋਟ ਪਈ ਹੋਵੇ ਤੇ ਤੁਸੀਂ ਸਿਮਟ ਜੋ 2,47,000 ਤੇ 4 ਲੱਖ ਸਿੱਧੂ ਹੀ ਜੀ। ਤੇ ਉੱਥੇ ਪਰਸੈਂਟੇਜ ਆ ਦੱਸਦੇ ਆ, ਅਸੀਂ ਪਰ ਸਾਨੂੰ ਨਹੀਂ ਪਤਾ ਪਰਸੈਂਟੇਜ ਕਿੰਨੀ ਪਈ ਕਿੰਨੀ ਨਹੀਂ ਪਈ, ਪਰ ਵੋਟ ਤਾਂ ਤੁਹਾਨੂੰ 2,47,000 ਹੀ ਪਈ ਨਾ। ਹੁਣ ਤੱਕ ਉਹਦੀਆਂ ਵਿਚਾਰਾਂ ਹੋ ਰਹੀਆਂ ਨੇ। ਸੋ ਡਾਕਟਰ ਵਿਜੇ ਸਿੰਗਲਾ ਦੀ ਜ਼ਮਾਨਤ ਹੋ ਗਈ ਹੈ। ਉਹਨਾਂ ਦੀ ਜ਼ਮਾਨਤ ਤੋਂ ਬਾਅਦ ਕੀ ਉਹ ਆਪਣੀ ਗੱਲ ਤੇ ਖੜਦੇ ਆ? ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਮੈਂ ਖੁਲਾਸੇ ਕਰੂੰਗਾ ਬਾਹਰ ਆ ਕੇ, ਉਹ ਕਰਦੇ ਆ ਨਹੀਂ ਕਰਦੇ ਸਮਾਂ ਦੱਸੇਗਾ। ਪਰ ਜਦੋਂ ਉਹਨਾਂ ਨੂੰ ਫੜਿਆ ਗਿਆ ਸੀ ਜੀ, ਮੈਂ ਇਹ ਸਮਝਦਾ ਕਿ ਉਹਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਜਾਂਦੇ, ਪਹਿਲਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਂਦਾ। ਬਿਲਕੁਲ ਇਹ ਨਹੀਂ ਹੈ, ਅਦਾਲਤ ਦੇ ਵਿੱਚ ਹਮੇਸ਼ਾ ਇਹੋ ਹੀ ਹੁੰਦਾ ਨਾ, ਜੇ ਕਿਸੇ ਤੇ ਦੋਸ਼ ਲੱਗਦੇ ਆ ਅਦਾਲਤ ਉਹਨੂੰ ਵੀ ਮੌਕਾ ਦਿੰਦੀ ਆ ਵੀ ਤੂੰ ਵੀ ਆਪਣਾ ਪੱਖ ਰੱਖ ਬਈ। ਬਿਲਕੁਲ ਜੀ ਜੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਵਿਆਹ ਕਰਵਾਇਆ ਤੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਆ ਢਿੱਲੋਂ ਸਾਹਿਬ, ਪਰ ਉਹਨਾਂ ਨੇ ਜੋ ਉਹਨਾਂ ਦੀ ਪੁਰਾਣੀ ਜ਼ਿੰਦਗੀ ਸੀ ਉਹਦੇ ਬਾਰੇ ਵੀ ਸਪਸ਼ਟੀਕਰਨ ਜਿਹੜਾ ਹੁਣ ਦਿੱਤਾ ਹੈ। ਅੱਜ ਉਹਨਾਂ ਨੇ ਟਵੀਟ ਕਰਕੇ ਕਿਹਾ ਹੈਗਾ ਕਿ ਮੇਰਾ 2015 ਦੇ ਵਿੱਚ ਜਿਹੜਾ ਸੀਗਾ ਬੀਬੀ ਇੰਦਰਪ੍ਰੀਤ ਕੌਰ ਗਰੇਵਾਲ ਨਾਲ ਤਲਾਕ ਹੋ ਗਿਆ ਸੀ ਜੀ। ਬੀਬੀ ਜੀ ਚਾਹੁੰਦੇ ਸੀ ਕਿ ਮੈਂ ਇੱਥੇ ਪੰਜਾਬ ਨੂੰ ਛੱਡ ਕੇ ਉਹਨਾਂ ਦੇ ਨਾਲ ਅਮਰੀਕਾ 'ਚ ਬਸਾਂ, ਪਰ ਮੈਂ ਪੰਜਾਬ ਨੂੰ ਤਰਜੀਹ ਦਿੱਤੀ। ਇਹ ਗੱਲ ਮਾਨ ਸਾਹਿਬ ਨੇ ਆਪਣੇ ਉਹਦੇ 'ਚ ਕਹੀ ਹੈ ਜੀ। ਦੂਜੀ ਗੱਲ ਉਹ ਕਹਿੰਦਾ ਮੈਂ ਕੋਈ ਲੁਕੋ ਨਹੀਂ, ਮੈਂ ਉਹਨਾਂ ਨੂੰ ਪਹਿਲਾਂ ਦੱਸਤਾ ਸੀ, ਆਪਣੇ ਬੱਚਿਆਂ ਨੂੰ ਵੀ ਦੱਸਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਤੁਹਾਨੂੰ ਮੈਂ ਗੱਲ ਦੱਸ ਦਿਆਂ, ਜਦੋਂ ਇਹ ਅਰਜੀ ਦੇਣ ਗਏ ਸੀ ਤਲਾਕ ਦੀ ਉਦੋਂ ਵੀ ਇਕੱਠੇ ਗਏ ਸੀ। ਅਦਾਲਤ ਨੇ ਸਮਾਂ ਦਿੱਤਾ ਕਿ ਤੁਸੀਂ ਇੰਨੇ ਤੋਂ ਬਾਅਦ ਫੇਰ ਆਇਓ, ਉਦੋਂ ਵੀ ਇਕੱਠੇ ਗਏ ਸੀ। ਉਹ ਕਹਿੰਦੇ ਵੀ ਇਸ ਅਰਸੇ ਦੇ 6 ਸਾਲਾਂ ਦੇ ਵਿੱਚ ਕਦੇ ਵੀ ਬੀਬੀ ਇੰਦਰਪ੍ਰੀਤ ਕੌਰ ਨੇ ਦੁਬਾਰਾ ਮੇਰੇ ਨਾਲ ਰਹਿਣ ਦੀ ਇੱਛਾ ਜ਼ਾਹਰ ਨਹੀਂ ਕੀਤੀ ਜੀ। ਸੋ ਤਲਾਕ ਉਹਨਾਂ ਦਾ ਬਕਾਇਦਾ ਅਦਾਲਤ 'ਚੋਂ ਸਵੀਕਾਰ ਹੋਇਆ ਹੈ, ਤੇ ਜੇ ਅਦਾਲਤ ਸਵੀਕਾਰ ਤਾਂ ਦੋਨਾਂ ਵਾਸਤੇ ਖੁੱਲ੍ਹੀ ਛੁੱਟੀਆਂ ਆਪਸ਼ਨਾਂ ਨੇ, ਉਹ ਜੋ ਮਰਜ਼ੀ ਕਰਨ। ਤੇ ਭਗਵੰਤ ਸਿੰਘ ਮਾਨ ਨੇ ਜਿਹੜਾ ਫਿਰ ਕੱਲ੍ਹ ਇਹ ਫੈਸਲਾ ਕੀਤਾ ਹੈ, ਲੋਕ ਉਹਦੇ 'ਤੇ ਜੋ ਮਰਜ਼ੀ ਕਹੀ ਜਾਣ, ਮੈਂ ਹਮੇਸ਼ਾ ਕਹਿੰਦਾ ਕਿ ਉਹ ਨਿੱਜਤਾ ਦਾ ਮਾਮਲਾ ਹੈ। ਉਹ ਤਲਾਕ ਹੋਣ ਤੋਂ ਬਾਅਦ ਆਜ਼ਾਦ ਪੰਛੀ ਸੀ,
ਜੇ ਤਾਂ ਤਲਾਕ ਨਾ ਹੋਇਆ ਹੁੰਦਾ ਤਾਂ ਫਿਰ ਤਾਂ ਵੱਖਰੀ ਗੱਲ ਹੈ। ਜੋ ਤਲਾਕ ਹੋਣ ਤੋਂ ਬਾਅਦ ਇੱਥੇ ਤਾਂ ਬਿਨਾਂ ਤਲਾਕਾਂ ਤੋਂ ਚਾਰ ਕਰਾਈ ਫਿਰਦੇ ਨੇਗੇ, ਪਤਾ ਹੀ ਨਹੀਂ ਕਿਹੜੇ ਕਿਹੜੇ ਢੰਗਾਂ ਦੇ ਨਾਲ ਉਹਨਾਂ ਨੇ ਜਿਹੜਾ ਕੁਝ ਵੀ ਕੀਤਾ ਉਹ ਕਹਿੰਦੇ ਮੈਂ ਕਾਨੂੰਨ ਮੁਤਾਬਕ ਹੀ ਕੀਤਾ ਤੇ ਕੀਤਾ ਵੀ ਹੈ। ਜੀ ਢਿੱਲੋਂ ਸਾਹਿਬ, ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹਾਲਤ ਆ ਜਿਹੜੀ ਉਹ ਸਭ ਨੂੰ ਪਤਾ ਹੈ। ਸੰਗਰੂਰ ਦੇ ਵਿੱਚ ਜਿਮਨੀ ਚੋਣਾਂ 'ਚ ਕੀ ਹਾਲ ਹੋਇਆ ਉਹ ਸਭ ਨੇ ਦੇਖਿਆ ਹੈ। 2017 ਦੀ ਚੋਣ ਵੀ ਅਕਾਲੀ ਦਲ ਹਾਰਿਆ, 22 ਦੀ ਚੋਣ ਵੀ ਹਾਰਿਆ, ਲੋਕ ਸਭਾ ਦੀ ਚੋਣ ਵੀ ਹਾਰਿਆ, ਉਹ ਵੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ। ਹੁਣ ਪਾਰਟੀ ਦੇ ਅੰਦਰੋਂ ਆਵਾਜ਼ਾਂ ਉੱਠੀਆਂ ਨੇ। ਪਾਰਟੀ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਬਰਾੜ ਨੇ ਆਵਾਜ਼ ਚੁੱਕੀ ਆ। ਉਹ ਕਹਿੰਦੇ ਪਾਰਟੀ ਦੀ ਮੁੜ ਸਰਜੀਤੀ ਹੋਣੀ ਚਾਹੀਦੀ ਹੈ, ਅਕਾਲੀ ਦਲ ਦੀ ਮੁੜ ਸਰਜੀਤੀ ਹੋਣੀ ਚਾਹੀਦੀ ਹੈ। ਦੇਖੋ, ਅਕਾਲੀ ਦਲ ਦਾ ਇਹ ਇਤਿਹਾਸ ਮੇਰਾ ਖਿਆਲ ਪਹਿਲਾਂ ਨਹੀਂ ਰਿਹਾ, ਕੁਰਬਾਨੀਆਂ ਵਾਲਾ ਇਤਿਹਾਸ ਹੈ ਜੀ। ਇਹਨਾਂ ਦੇ ਬਹੁਤ ਸਾਰੇ ਆਗੂ ਸਾਡੀ ਵਿਰੋਧਤਾ ਜਾਂ ਨੁਕਤਾਚੀਨੀ ਵੀ ਕਰਦੇ ਹੋਣਗੇ, ਪਰ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਜੀ ਕਿ ਕਿਸੇ ਵੀ ਖੇਤਰੀ ਪਾਰਟੀ ਦਾ ਮਜ਼ਬੂਤ ਰਹਿਣਾ ਉਸ ਰਾਜ ਦੇ ਪੱਖ 'ਚ ਹੁੰਦਾ ਹੈ ਜੀ। ਅਕਾਲੀ ਦਲ ਦੀ ਇਹ ਸਥਿਤੀ ਕਿਉਂ ਬਣੀ? ਇਹ 2015 'ਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਨੇ ਪੈਦਾ ਕੀਤੀ ਹੈ। ਤੇ ਕੱਲ ਉਹਦੇ ਵਿੱਚ ਸਜ਼ਾ ਵੀ ਹੋ ਗਏ 3 ਬੰਦੇ ਮੱਲ ਕੇ ਪਿੰਡ ਦੇ ਜੀ। ਤੇ ਸੋਚਣਾ ਚਾਹੀਦਾ ਕਿ ਸਰਕਾਰ ਇਹਨਾਂ ਦੀ ਸੀ, ਇਹਨਾਂ ਨੇ ਉਹਨੂੰ ਨਜਿੱਠਿਆ ਨਹੀਂ। ਸੌਦੇ ਸਾਹਿਬ ਤੋਂ ਵੋਟਾਂ ਬਟੋਰਨ ਵਾਸਤੇ ਸੌਦੇ ਕਰਦੇ ਰਹੇ। ਉਹ ਕਹਿੰਦਾ ਮੈਂ ਸੱਚਾ ਸੌਦਾ ਹੈ, ਤੇ ਸੱਚਾ ਸੌਦਾ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਘਰੋਂ 20 ਰੁਪਏ ਦਿੱਤੇ ਗਏ ਉਦੋਂ, 5 ਦਾ ਜਿਹੜੇ ਹੈ ਡੈਕੇਡ, 5 ਜਿਹੜੇ ਸਦੀਆਂ ਪਹਿਲਾਂ ਜੀ। ਤੇ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਆ ਗਏ ਸੀ ਵੀ ਇਦੋਂ ਵੱਡਾ ਸੱਚਾ ਸੌਦਾ ਕੀ ਹੋ ਸਕਦਾ ਹੈ। ਜੀ। ਨਾਂ ਰੱਖਣ ਦੇ ਨਾਲ ਥੋੜੀ ਬਣਦਾ ਹੈ। ਕੋਈ ਮੇਰੇ ਵਰਗਾ ਪੀਲੀ ਪੱਗ ਬੰਨ੍ਹ ਕੇ ਕਹਦੇ ਮੈਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ, ਉਹ ਥੋੜੀ ਹੈਗਾ ਜੀ। ਸੋਚ ਤੁਹਾਡੀ ਕੀ ਹੈ ਉਹਦੇ ਤੇ ਡਿਪੈਂਡ ਕਰਦਾ ਹੈ। ਤਾਂ ਉਹ ਜਿਹੜਾ ਉਸ ਵੇਲੇ ਦਾ ਵਾਪਰਿਆ, ਅੱਜ ਤੱਕ ਅਕਾਲੀ 3 ਸੀਟਾਂ ਤੇ ਹੋ ਗਏ। ਤੇ ਮਾਨਯੋਗ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੂੰ ਵੀ ਇਸ ਉਮਰ 'ਚ ਜਾ ਕੇ ਹਾਰ ਦਾ ਮੂੰਹ ਦੇਖਣਾ ਪਿਆ ਜੀ। ਤੇ ਬਾਦਲ ਸਾਹਿਬ ਨੇ ਵੀ ਆ ਕੇ ਕਹਿਤਾ, ਉਹ ਕਾਕਾ ਜਿੱਤ ਹਾਰ ਤਾਂ ਹੁੰਦੀ ਰਹਿੰਦੀ ਆ ਬਾਦਲ ਸਾਹਿਬ, ਜੇ 3 ਸੀਟਾਂ ਨੂੰ ਹਾਰ ਕਹਿੰਦੇ ਹੋ ਤੇ ਸੀਟਾਂ ਤਾਂ 4 ਹੀ ਆਈਆਂ ਨੇ, 1 ਭਾਈ ਬਾਲਾ ਨੂੰ ਤੇ 2 ਤੁਹਾਨੂੰ, 3। ਜੇ ਇਹ ਵੀ ਤੁਹਾਨੂੰ ਹਾਰ ਨਜ਼ਰ ਆਉਂਦੀ ਹੈ ਤੇ ਨਮੋਸ਼ੀਜਨਕ ਹਾਰ ਕਿਹਨੂੰ ਕਹਿੰਦੇ ਨੇ? ਅਕਾਲੀ ਦਲ ਦੀ ਜੋ ਸਥਿਤੀ ਬਣੀ, ਇਹਨਾਂ ਨੇ ਕਮੇਟੀ ਬਣਾਈ ਜੀ। ਉਹ ਕਮੇਟੀ ਨੇ ਵੀ ਇਹ ਗੱਲ ਮੰਨੀ ਕਿ ਸਾਡੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਇਹਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਇਸ ਲੀਡਰਸ਼ਿਪ ਨੇ ਪਿਛਲੇ ਸਮੇਂ ਦੇ ਦੌਰਾਨ ਕੁਝ ਅਜਿਹੇ ਕਦਮ ਚੁੱਕੇ ਜੀ ਜਿਨ੍ਹਾਂ ਨੇ ਵਕਤੀ ਤੌਰ ਤੇ ਤਾਂ ਭਾਵੇਂ ਇਹਨਾਂ ਦੀ ਬਾਹ ਫੜੀ, ਪਰ ਲੰਬੇ ਸਮੇਂ ਦੇ ਵਿੱਚ ਜਾ ਕੇ ਉਹ ਇਹਨਾਂ ਦੇ ਵਿਰੋਧ 'ਚ ਹੀ ਗਈ। ਇਹ ਗੱਲ ਆਈ। ਦੂਜੀ ਗੱਲ, ਜਿਵੇਂ ਸਥਿਤੀ ਤੇ ਗਏ ਨੇ, ਉਹ ਕਮੇਟੀ ਨੇ ਵੀ ਕਹਿਤਾ ਉਹ ਸੰਗਰੂਰ ਕਰਕੇ ਗਾਹਾਂ ਪਾਤੀ। ਹੁਣ ਪ੍ਰੋਬਲਮ ਕਿੱਥੇ ਖੜੀ ਹੈ ਕਿ ਜਿੰਨਾ ਸਰਮਾਏਦਾਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਜੀ, ਉਹਦੇ ਮੁਕਾਬਲੇ ਦਾ ਕੋਈ ਦੂਜਾ ਹੈ ਨਹੀਂ। ਪੈਸੇ ਕੌਣ ਲਾਵੇ? ਜਗਮੀਤ ਸਿੰਘ ਹੋਰਾਂ ਨੇ ਅੱਜ ਆਪਣੇ ਹਲਕੇ ਮੌੜ ਮੰਡੀ ਤੋਂ ਇਹ ਪ੍ਰੋਗਰਾਮ ਸ਼ੁਰੂ ਕਰਨਾ ਹੈ ਕਿ ਬਥੇਰਾ ਹੋ ਗਿਆ ਬਾਦਲਾਂ ਦੀਆਂ ਘੋੜੀਆਂ ਗਾਉਂਦਿਆਂ ਨੂੰ ਤੁਹਾਨੂੰ। ਹੁਣ ਬਾਦਲਾਂ ਦੀਆਂ ਘੋੜੀਆਂ ਛੱਡੋ, ਉਸ ਗੱਲ ਤੇ ਗੱਲ ਕਰੋ ਕਿ ਅਕਾਲੀ ਦਲ ਦਾ ਆ ਸਥਿਤੀ, ਮੈਂ ਕੋਈ ਮਾੜਾ ਸ਼ਬਦ ਨਾ ਕਹਾਂ, ਇਹ ਸਥਿਤੀ ਲਈ ਜ਼ਿੰਮੇਵਾਰ ਕੌਣ ਹੈ? ਸਿੱਖ ਪੰਥ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਉੱਚੀ ਹੈ ਜੀ। ਤੇ ਕੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਲਈ ਵਰਤਿਆ ਨਹੀਂ ਗਿਆ? 295 ਇਹਦਾ ਪਰਚਾ ਦਰਜ ਹੋਇਆ ਸੀ ਇਸ ਡੇਰੇ ਵਾਲੇ ਤੇ, ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰਗਾ ਸਾਂਗ ਕਰਕੇ ਰੂਹ ਅਫਜਾ ਪਿਆ ਕੇ ਕਹਿੰਦਾ ਮੈਂ ਜਾਮੇ ਇਨਸਾਫ ਪਲਾ ਰਿਹਾ ਬੰਦਿਆਂ ਨੂੰ, ਪਹਿਲਾਂ ਤਾਂ ਵੈਸੇ ਹੀ ਇਨਸਾਨ ਮੈਂ ਬਣਾਉਣ ਲੱਗੇ। ਉਹਦੇ ਕਰਕੇ ਪਰਚਾ ਹੋਇਆ 295 ਦਾ, ਤੇ ਪਰਚਾ ਜਨਵਰੀ 2012 ਦੇ ਵਿੱਚ ਵੋਟਾਂ ਵੇਲੇ ਵਾਪਸ ਕਿਹਨੇ ਲਿਆ ਜੀ? ਇਹ ਸਭ ਦੇ ਸਾਹਮਣੇ ਹੈ। ਕਿਹਦੀ ਜ਼ਰੂਰਤ ਪਈ ਜੇ ਉਸ ਪਰਚੇ ਦੇ ਵਿੱਚ ਇਸ ਨੂੰ ਸੌਦੇ ਵਾਲੇ ਡੇਰੇ ਵਾਲੇ ਮੁਖੀ ਨੂੰ ਕਿਸੇ ਪਾਸੇ ਲੱਗ ਜਾਂਦਾ, ਬਰੀ ਹੋ ਜਾਂਦਾ ਜਾਂ ਸਜ਼ਾ ਹੋ ਜਾਂਦੀ, ਤਾਂ ਉਹਦੀ ਜ਼ਰੂਰਤ ਨਹੀਂ ਪੈਣੀ ਸੀ ਆਪਣੇ ਚੇਲੇ ਚਾਟਵਿਆਂ ਤੋਂ ਆ ਬੇਅਦਬੀਆਂ ਕਰਾਉਣ ਦੀ। ਜੀ। ਇਹਨਾਂ ਨੇ ਪਿੱਠ ਥਾਪੜੀ ਕਿ ਸਾਡੀ ਵੇਲੇ ਹੋਇਆ
ਔਰ ਸਾਡਾ ਕਿਤੇ ਨਾਂ ਨਹੀਂ, ਅਸੀਂ ਕਦੋਂ ਕਹਿੰਦੇ ਹਾਂ ਨਾਂ ਤੁਹਾਡਾ, ਇਹਦੀ ਜਿਹਦਾ ਤੁਹਾਡਾ ਨਾਂ ਹੈ ਨਹੀਂ। ਇਹ ਜਿਹੜੀਆਂ ਬੇਅਦਬੀਆਂ ਕੀਤੀਆਂ ਸੀ ਇਹ ਡੇਰੇ ਵਾਲੇ ਨੇ ਕੀਤੀਆਂ, ਤੇ ਮੌਕਾ ਕਿਹਨੇ ਦਿੱਤਾ? ਸਰਕਾਰ ਕਿਹਦੀ ਸੀ? ਉਹਦੇ ਬਾਰੇ ਚੁੱਪ ਨੇ। ਸੋ ਜਗਮੀਤ ਬਰਾੜ ਹੋਰਾਂ ਨੇ ਜਿਹੜਾ ਮਾਮਲਾ ਉਠਾਇਆ ਹੈ, ਪਤਾ ਨਹੀਂ ਉਠਾਇਆ ਜਾਂ ਉਠਾਉਣ ਵਾਸਤੇ ਉਹਨਾਂ ਨੂੰ ਅੱਗੇ ਲਾਇਆ ਗਿਆ ਹੋਵੇ। ਅਕਾਲੀ ਲੀਡਰਸ਼ਿਪ ਜਦੋਂ ਤੱਕ ਇਕੱਠੀ ਹੋ ਕੇ 2017 2022 ਤੇ ਲੋਕ ਸਭਾ ਦੀ ਹਾਰ ਦੇ ਕਾਰਨਾਂ ਦਾ ਪਤਾ ਨਹੀਂ ਲਾਉਂਦੀ, ਉਹਦੇ ਤੇ ਪੂਰੀ ਗਰਮਜੋਸ਼ੀ ਨਾਲ ਵਿਚਾਰ ਵਟਾਂਦਰਾ ਨਹੀਂ ਕਰਦੀ ਜੀ, ਉਦੋਂ ਤੱਕ ਅਕਾਲੀ ਦਲ ਦੇ ਪੈਰ ਨਹੀਂ ਲੱਗਣੇ ਜੀ। ਇਹ ਗੱਲ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਹੈ। ਇਸ ਲਈ ਉਹਦੇ ਤੇ ਮੁੜ ਵਿਚਾਰ ਕਰਨ ਲਈ ਇਹਨਾਂ ਦੇ ਆਗੂ ਸਾਹਿਬਾਨਾਂ ਨੂੰ ਬੈਠ ਕੇ, ਜੇ ਹੋਰ ਨਹੀਂ ਤਾਂ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਦਿਓ, ਆਪਦੇ ਵਾਲਿਆਂ ਨੂੰ ਛੱਡ ਦਿਓ, ਜਿਹੜੇ ਸਿੱਖ ਵਿਦਵਾਨ ਨੇ ਉਹਨਾਂ ਦੀ ਕਮੇਟੀ ਬਣਾਓ, ਜਿਹੜੇ ਤੁਹਾਨੂੰ ਮਹੀਨੇ ਦੇ ਵਿੱਚ ਹਾਰ ਦੇ ਕਾਰਨਾਂ ਦਾ ਪਤਾ ਕਰਕੇ ਦੱਸ ਦੇਣ ਜੀ। ਤੇ ਫਿਰ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਕਿ ਜੇ ਕੌਮ ਨੂੰ ਸਾਂਭਣਾ ਹੈ ਤੇ ਅਕਾਲੀ ਫੂਲਾ ਸਿੰਘ ਵਾਲੀ ਰੂਹ ਲੈ ਕੇ ਆਓ, ਤੇ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਹ ਲੋਕ ਸਾਡੇ ਇੱਥੇ ਸੰਗਤ 21 ਵਿਸਵੇ ਹੈ, ਉਹ ਕੁਝ ਤੁਹਾਡਾ ਸੰਗਤ ਦੇ ਵਿੱਚ ਪ੍ਰਵਾਨ ਨਹੀਂ ਹੋ ਰਿਹਾ। ਜੇ ਤੁਹਾਡਾ ਦਿੱਤਾ ਹੁਕਮ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨਾ ਮੰਨੇ ਤੇ ਫਿਰ ਮੰਨੂਗਾ ਕੌਣ? ਜੀ ਢਿੱਲੋਂ ਸਾਹਿਬ, ਇਸ ਖਬਰ ਦੇ ਨਾਲ ਜੁੜੀ ਹੋਈ ਤੁਹਾਨੂੰ ਇੱਕ ਹੋਰ ਖਬਰ ਦੱਸ ਦਿੰਦੇ ਆ। ਮੈਂ ਖੁਦ ਪਰਮਿੰਦਰ ਸਿੰਘ ਢੀਂਡਸਾ ਦੀ ਇੰਟਰਵਿਊ ਕਰ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਦੁਬਾਰੇ ਤੁਹਾਡਾ ਜੀ ਨਹੀਂ ਕਰਦਾ ਅਕਾਲੀ ਦਲ 'ਚ ਜਾਣ ਨੂੰ? ਉਹ ਗੱਲਬਾਤ ਕਰਦੇ ਕਰਦੇ ਉਹਨਾਂ ਅੱਖਾਂ 'ਚੋਂ ਹੰਝੂ ਨਿਕਲੇ ਆਏ, ਉਹ ਭਾਵੁਕ ਹੋ ਗਏ। ਉਹ ਕਹਿੰਦੇ ਯਾਰ ਮੈਂ ਤਾਂ ਅਕਾਲੀ ਦਲ ਦੇ ਵਿੱਚ ਪਲ ਕੇ ਵੱਡਾ ਹੋਇਆ, ਮੈਂ ਤਾਂ ਕੋਈ ਹੋਰ ਪਾਰਟੀ 'ਚ ਗਿਆ ਨਹੀਂ। ਕਹਿੰਦਾ ਹੁਣ ਜੇ ਬਾਦਲ ਪਰਿਵਾਰ ਪਿੱਛੇ ਹਟ ਜੇ ਅਸੀਂ ਤਾਂ ਹੁਣ ਪਾਰਟੀ 'ਚ ਜਾਣ ਨੂੰ ਤਿਆਰ ਹਾਂ। ਇਹ ਗੱਲ ਚੱਲੀ ਹੈ। ਜਿਹੜੀ ਜਗਮੀਤ ਸਿੰਘ ਬਰਾੜ ਨੇ ਦੂਜੀ ਗੱਲ ਆਖੀ ਹੈ, ਉਹਦੇ 'ਚ ਇਹੀ ਆਖੀ ਹੈ ਜੀ ਕਿ ਉਹਨਾਂ ਸਾਰੇ ਆਗੂਆਂ ਨੂੰ ਦੁਬਾਰਾ ਪਾਰਟੀ 'ਚ ਸ਼ਾਮਲ ਕੀਤਾ ਜਾਵੇ ਜਿਹੜੇ ਛੱਡ ਕੇ ਚਲੇ ਗਏ। ਜੀ, ਉਹ ਛੱਡ ਕੇ ਕਿਉਂ ਗਏ, ਉਹ ਕਾਰਨਾਂ ਤੇ ਵਿਚਾਰ ਵਟਾਂਦਰਾ ਕਰਨ ਦੀ ਜ਼ਰੂਰਤ ਸਭ ਤੋਂ ਵੱਧ ਹੈ ਜੀ, ਕਿ ਉਹਨਾਂ ਨੂੰ ਛੱਡਣ ਦਾ ਕਾਰਨ ਬਣਿਆ ਕੀ। ਇਸ ਕਰਕੇ ਮੈਂ ਇਹ ਮਹਿਸੂਸ ਕਰਦਾ ਕਿ ਉਹ ਕਾਰਨ ਜੇ ਲੱਭ ਲਏ ਜਾਣ, ਸਾਰਿਆਂ ਨੂੰ ਪਤਾ ਹੈ ਕਿ ਦੱਸਣ ਦੀ ਕੀ ਲੋੜ ਹੈ, ਉਹਨਾਂ ਨੂੰ ਵੀ ਪਤਾ ਹੈ, ਉਹ ਛੱਡਣ ਨੂੰ ਵੀ ਪਤਾ ਲੱਗਿਆ, ਸੂਤਰਾਂ ਤੋਂ ਵੀ ਤਿਆਰ ਹੋਏ ਨੇ। ਪਰ ਕਈ ਚਾਪਲੂਸ ਅਜੇ ਵੀ ਬੈਠੇ ਨੇ ਜਿਹੜੇ ਕਹਿੰਦੇ ਨੇ ਕਾਰਨ ਕੀ, ਕਿ ਪੈਸੇ ਕੌਣ ਲਾਵੇ। ਤੁਸੀਂ ਪਾਸੇ ਕਰਕੇ ਸੱਦਾ ਦਿਓ, ਵਿਸ਼ਵ ਪੱਧਰ ਦੀਆਂ ਸੰਗਤਾਂ ਤੁਹਾਨੂੰ ਬਥੇਰੀ ਮਾਇਆ ਕੱਤਰ ਕਰ ਦੇਣਗੀਆਂ ਪਾਰਟੀ ਚਲਾਉਣ ਵਾਸਤੇ, ਪਰ ਅੱਗੇ ਜੇ ਚੰਗੇ ਬੰਦੇ ਲੱਗ ਗਏ, ਮੈਂ ਫੇਰ ਕਹਾਂ ਇੱਕ ਵਾਰ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਸੀ। ਇਹਨਾਂ ਖੇਤਰੀ ਪਾਰਟੀਆਂ ਦਾ ਜੇ ਬਾਵਜੂਦ ਕੇਂਦਰ ਵਾਲਿਆਂ ਨੇ ਢਹਿ ਢੇਰੀ ਕਰਤਾ ਤਾਂ ਇਹ ਦੇਸ਼ ਦਾ ਨਕਸ਼ਾ ਹੀ ਕੁਝ ਹੋਰ ਹੋ ਜਾਵੇਗਾ। ਖੇਤਰੀ ਪਾਰਟੀਆਂ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ, ਪਰ ਜੇ ਖੇਤਰੀ ਪਾਰਟੀਆਂ ਬਿਨਾਂ ਸਵਾਰਥ ਤੋਂ ਕੰਮ ਕਰਨ, ਮਾਇਆ ਧਾਰੀਆਂ ਨੂੰ ਮੂਹਰੇ ਦੀ ਥਾਂ ਤੇ ਜਿਹੜੇ ਜਿਨ੍ਹਾਂ ਦੇ ਅਸੂਲ ਨੇ, ਅਸੂਲ ਧਾਰੀਆਂ ਨੂੰ ਅੱਗੇ ਲਿਆ ਕੇ ਆਉਂਦਾ ਜਾਵੇ। ਜੀ, ਇਸ ਤੋਂ ਇਲਾਵਾ ਨਵੇਂ ਬਣੇ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਪੰਜਾਬ ਦੇ ਪਾਣੀ ਦੀ ਬੂੰਦ ਅਸੀਂ ਕਿਤੇ ਨਹੀਂ ਜਾਣ ਦੇਵਾਂਗੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਐਸਜੀਪੀਸੀ ਦਾ ਮੁੱਦਾ ਵੀ ਅਸੀਂ ਚੱਕਾਂਗੇ ਕਿ ਜੋ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਚੋਣਾਂ ਨਹੀਂ ਹੋਈਆਂ। ਮਾਨ ਸਾਹਿਬ ਹਮੇਸ਼ਾ ਇਸ ਮੁੱਦੇ ਤੇ ਪਹਿਰਾ ਦਿੰਦੇ ਨੇ ਜੀ। ਉਹਨਾਂ ਨੇ ਤਾਂ ਖਾਲਿਸਤਾਨ ਦੇ ਮੁੱਦੇ ਤੇ ਵੀ ਕਹਿਤਾ ਵੀ ਸੁਪਰੀਮ ਕੋਰਟ ਕਹਿੰਦੀ ਹੈ ਵੀ ਖਾਲਿਸਤਾਨ ਦੀ ਮੰਗ ਕਰਨਾ ਜਾਂ ਲਿਖਣਾ ਇਹ ਕੋਈ ਗੁਨਾਹ ਨਹੀਂ। ਇਹਨੂੰ ਕਿਉਂ ਪ੍ਰਚਾਰਿਆ ਜਾਂਦਾ ਬਾਰ-ਬਾਰ ਕਰਕੇ? ਔਰ ਇਹ ਉਹੀ ਚੀਜ਼ਾਂ ਹੋ ਰਹੀਆਂ ਨੇ। ਮਾਨ ਸਾਹਿਬ ਸਰਕਾਰ ਤੁਹਾਡੇ ਕੋਲੇ ਹੈ ਜੀ। ਇਹ ਕਦੇ ਐਸਡੀਐਮ ਦੇ ਲਿਖਦੇ ਆ, ਹੁਣ ਤਾਜ਼ਾ ਜਾ ਕੇ ਡੇਰੇ ਵਾਲੇ ਦੇ ਸਲਾਬਤਪੁਰੇ ਤੇ ਲਿਖਤਾ ਖਾਲਿਸਤਾਨ ਬਾਰੇ। ਇਹ ਮੁੜ ਕੇ ਉਹੀ ਸਥਿਤੀਆਂ ਪੈਦਾ ਹੋ ਰਹੀਆਂ ਨੇ ਜਿਹਦੇ ਨਾਲ ਇੱਥੇ ਦੋ ਫਿਰਕਿਆਂ ਦੀ ਲੜਾਈ ਹੋ ਸਕਦੀ ਹੈ। ਅਜੇ ਤੱਕ ਉਹ ਕਿਉਂ ਨਹੀਂ ਲੱਭੇ ਤੁਹਾਨੂੰ? ਕਿੱਥੇ ਹੈ ਖੁਫੀਆ ਤੰਤਰ ਤੁਹਾਡਾ? ਉਹ ਖੁਫੀਆ ਤੰਤਰ ਦੱਸੇ, ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰ ਰਹੀ ਹੈ। ਸੋ ਮੇਰੀ ਸਨਿਮਰ ਬੇਨਤੀ ਹੈ ਕਿ ਤੁਸੀਂ, ਮਾਨ ਸਾਹਿਬ ਨੇ ਕਹਿਤਾ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 11 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ, ਇਹ ਮੁੱਦਾ ਵੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਉਠਾਊਂਗਾ ਤੇ ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਉੱਤੇ ਵੀ ਪਾਰਲੀਮੈਂਟ ਦੇ ਵਿੱਚ ਮੈਂ ਗੱਲ ਕਰਾਂਗਾ। 18 ਤਰੀਕ ਨੂੰ ਉਹਨਾਂ ਨੇ ਜਾਣਾ ਪਾਰਲੀਮੈਂਟ ਦੇ ਮੈਂਬਰ ਵਜੋਂ,
ਉਹ ਜਿਵੇਂ ਹੋਰ ਵੀ ਜਿੱਤੇ ਨੇ ਉਹ ਸਹੁੰ ਚੱਕਣਗੇ 18 ਜੁਲਾਈ। ਜੀ, ਇਸ ਤੋਂ ਇਲਾਵਾ ਨਵੇਂ ਬਣੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਨੂੰ ਆਪਣੇ ਆਧੁਨਿਕ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਤੱਕ ਗਰਾਊਂਡ ਜ਼ੀਰੋ ਤੱਕ ਅਸੀਂ ਪਹੁੰਚਾਵਾਂਗੇ। ਦੇਖੋ, ਪੰਜਾਬ ਦਾ ਲੋਕ ਸੰਪਰਕ ਮਹਿਕਮਾ ਜੀ ਇੱਕ ਬਹੁਤ ਵੱਡਾ ਮਹਿਕਮਾ ਸੀ ਜਿਹੜਾ ਲੋਕਾਂ ਦੇ ਤੇ ਸਰਕਾਰ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਸੀ। ਤੁਸੀਂ 3 ਦਹਾਕੇ ਪਿੱਛੇ ਚਲੇ ਜਾਓ, ਇਹ ਮਹਿਕਮਾ ਪਿੰਡਾਂ 'ਚ ਜਾਂਦਾ ਸੀ, ਸਰਕਾਰ ਦੀਆਂ ਦਸਤਾਵੇਜ਼ੀ ਫਿਲਮਾਂ ਵੱਖ-ਵੱਖ ਮਹਿਕਮਿਆਂ ਦੀਆਂ ਦਿਖਾਉਂਦਾ ਸੀ, ਨਾਲ ਇੱਕ ਦੂਜੀ ਕੋਈ ਪੰਜਾਬੀ ਫਿਲਮ ਵੀ ਦਿਖਾਏ ਹੁੰਦੇ ਸੀ। ਜੀ, ਉਹਦਾ ਮਤਲਬ ਕੀ ਹੁੰਦਾ ਸੀ? ਜਿਹੜਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਜਾਂ ਸਹਾਇਕ ਲੋਕ ਸੰਪਰਕ ਅਧਿਕਾਰੀ ਜਾਂਦਾ ਜੀ, ਉਹ ਸਰਕਾਰ ਦੀਆਂ ਨੀਤੀਆਂ ਬਾਰੇ ਵੀ ਉੱਥੇ ਚਾਨਣਾ ਪਾਇਆ ਹੁੰਦਾ ਕਿ ਆਹ ਸਰਕਾਰ ਦੀਆਂ ਨੀਤੀਆਂ ਨੇ ਸਮਾਂ ਬਦਲਿਆ, ਇਹਦੇ ਢੰਗ ਬਦਲ ਗਏ। ਇਹ ਤਾਂ ਪਹਿਲਾਂ ਬਥੇਰਾ ਲਾਉਂਦੇ ਸੀ ਜਦੋਂ ਚੰਨੀ ਸਾਹਿਬ ਦੇ ਬੋਰਡ ਲੱਗੇ ਸੀ ਵੀ ਕਿੰਨਾ ਪੈਸਾ ਲੁਟਾਤਾ ਪੰਜਾਬ ਦਾ, ਤੇ ਹੁਣ ਜਦੋਂ ਤਸਵੀਰ ਭਗਵੰਤ ਸਿੰਘ ਮਾਨ ਦੀ ਆ ਗਈ ਹੁਣ ਬੋਲਦੀ ਹੀ ਨਹੀਂ। ਉਹ ਮਹਿਕਮਾ ਕਿਹਾ ਜਾ ਰਿਹਾ ਕਿ ਲੋਕ ਸੰਪਰਕ ਮਹਿਕਮੇ ਨੂੰ ਖੂੰਜੇ ਲਾਇਆ ਜਾ ਰਿਹਾ ਹੈ ਸਰਕਾਰ ਦੇ ਵਿੱਚ। ਕਿਤੇ ਅਮਨ ਅਰੋੜੇ ਨੂੰ ਉਸੇ ਮਹਿਕਮੇ ਦਾ ਮੰਤਰੀ ਇਸ ਕਰਕੇ ਤਾਂ ਨਹੀਂ ਬਣਾਇਆ? ਇਹਦਾ ਅਹਿਮ ਭੂਮਿਕਾ ਹੈ। ਜੇ ਇਹ ਮਹਿਕਮਾ ਖਤਮ ਕਰ ਦਿੱਤਾ ਗਿਆ ਤਾਂ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਤੱਕ ਜਾਣੀਆਂ ਨਹੀਂ। ਅਮਨ ਅਰੋੜਾ ਨੇ ਕਿਹਾ ਕਿ ਮੈਂ ਆਧੁਨਿਕ ਤਕਨੀਕਾਂ ਰਾਹੀਂ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗਾ। ਜੀ, ਚੁਣੌਤੀ ਅਰੋੜਾ ਸਾਹਿਬ ਬਹੁਤ ਵੱਡੀ ਹੈ। ਇਹ ਚੁਣੌਤੀ ਨੂੰ ਤੁਸੀਂ ਕਿਵੇਂ ਪੂਰਾ ਕਰਨਾ ਹੈ ਇਹ ਸਮਾਂ ਦੱਸੇਗਾ। ਜੇ ਤੁਸੀਂ ਇਹਨੂੰ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹੋ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਵੇਗੀ। ਜੀ, ਢਿੱਲੋਂ ਸਾਹਿਬ, ਨਾਮੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਇਨਸਾਫ ਜਿਹੜਾ ਹਜੇ ਤੱਕ ਪੂਰਾ ਨਹੀਂ ਮਿਲਿਆ ਹੈਗਾ, ਨਾ ਤਾਂ ਪੂਰੇ ਕਾਤਲ ਹਜੇ ਤੱਕ ਫੜੇ ਗਏ ਨਹੀਂ। ਹੁਣ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਨੇ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ। ਉਹ ਕਹਿੰਦੇ ਵੀ ਇਨਸਾਫ ਹੀ ਨਹੀਂ ਮਿਲਿਆ ਹਜੇ ਤੱਕ, ਤਾਂ ਪੂਰਾ ਮਹੀਨਾ ਹੋ ਗਿਆ, ਜ਼ਿਆਦਾ ਹੋ ਗਿਆ। 29 ਮਈ ਨੂੰ ਉਹਨਾਂ ਦਾ ਕਤਲ ਹੁੰਦਾ ਹੈ। ਅੱਜ 8 ਜੁਲਾਈ ਹੋ ਚੁੱਕੀ ਹੈ। 8 ਦਿਨ 2 ਦਿਨ 10-40 ਦਿਨ ਹੋ ਗਏ ਨੇ ਜੀ। ਜੇ ਸੁਖਪਾਲ ਸਿੰਘ ਖਹਿਰਾ ਕਹਿੰਦਾ ਤਾਂ ਉਹ ਬਿਲਕੁਲ ਠੀਕ ਕਹਿੰਦਾ। ਮਾਨ ਸਾਹਿਬ ਇਸ ਵੇਲੇ ਹਨੀਮੂਨ ਪੀਰੀਅਡ ਦੇ ਵਿੱਚ ਨੇ ਜੀ। ਉਹਨਾਂ ਨੂੰ ਚਾਹੀਦਾ, ਉਹਨਾਂ ਨੇ ਡੀਜੀਪੀ ਨਵਾਂ ਲਾਇਆ ਹੈ, ਡੀਜੀਪੀ ਦਾ ਬਿਆਨ ਵੀ ਆਇਆ ਹੈ ਜੀ ਕਿ ਗੈਂਗਸਟਰ ਤੇ ਨਸ਼ੇ ਬਾਰੇ ਇਹਦੀਆਂ ਜੜ੍ਹਾਂ ਪੁੱਟਾਂਗੇ। ਕੱਲ ਪਟਿਆਲੇ 'ਚ ਹੀ ਕਹਿ ਕੇ ਗਏ ਨੇ ਉਹ ਗੱਲ। ਔਰ ਜਿੰਨੇ ਹੁਣ ਤੱਕ ਮੇਨ ਦੋਸ਼ੀ ਫੜੇ ਗਏ ਨੇ, ਕਥਿਤ ਦੋਸ਼ੀ, ਉਹ ਸਾਰੇ ਦਿੱਲੀ ਦੀ ਸਪੈਸ਼ਲ ਸੈੱਲ ਫੜਦਾ ਹੈ। ਬਿਲਕੁਲ। ਤੇ ਪੰਜਾਬ ਦੀ ਪੁਲਿਸ ਫਿਰ ਨਮਾਇਸ਼ 'ਚ ਖੜੀ ਕਰਨੀ ਹੈ। ਹਾਥੀ ਦੇ ਦੰਦ ਦਿਖਾਉਣ ਦੇ ਹੋਰ, ਖਾਣ ਦੇ ਹੋਰ। ਜੀ, ਉਹਨਾਂ ਨੇ ਨਵਾਂ ਡੀਜੀਪੀ ਲਾਇਆ ਹੈ। ਡੀਜੀਪੀ ਸਾਹਿਬ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਜਾਂ ਇਹ ਕਹਿ ਦਿਓ ਜਿਵੇਂ ਪੁਰਾਣੇ ਬਹੁਤ ਸਾਰੇ ਮਾਮਲਿਆਂ ਤੇ ਮਿੱਟੀ ਪੈ ਗਈ ਔਰ ਹੱਸਦਾ ਰਹੱਸ ਪਏ ਨੇ, ਇਹ ਵੀ ਰਹੱਸ ਖੁੱਲ੍ਹਣਾ ਨਹੀਂ ਕਦੇ। ਜੀ। ਸੋ ਇਸ ਕਰਕੇ ਦੇਖੋ ਨਾ, ਜਿੰਨੇ ਵੀ ਬੰਦੇ ਫੜੇ ਗਏ ਨੇ, ਸ਼ੂਟਰ ਫੜੇ ਸਾਰੇ ਦਿੱਲੀ ਪੁਲਿਸ ਨੇ ਫੜੇ ਨੇ। ਬਿਲਕੁਲ। ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਉਹਨਾਂ ਨੇ ਲਿਆਂਦਾ, ਜੱਗੂ ਭਗਵਾਨਪੁਰੀਆ ਤੋਂ ਪੁੱਛ-ਗਿੱਛ ਕੀਤੀ ਉਹਨੇ ਕੀਤੀ, ਪ੍ਰਿਆਵਰਤ ਫੌਜੀ, ਅੰਕਿਤ ਮਿਸ਼ਰਾ, ਸਿਰਸਾ ਜਿਹੜਾ ਹੈਗਾ ਉਹ ਕੇਕੜਾ ਦਾ ਚਲੋ ਇਹਨਾਂ ਨੇ ਫੜਿਆ ਹੈਗਾ, ਕਸ਼ਿਸ਼ ਜੀ, ਤੇ ਉਹ ਦੂਜੇ ਜਿੰਨੇ ਨੇ ਉਹ ਸਾਰੇ ਦੇ ਸਾਰੇ ਤਾਂ ਜਿਹੜਾ ਦਿੱਲੀ ਦਾ ਪੁਲਿਸ ਸਪੈਸ਼ਲ ਸੈੱਲ ਹੈ ਉਹਨਾਂ ਨੇ ਕੀਤਾ। ਇਹ ਤਾਂ ਜਿਵੇਂ 1963-64 ਦੇ ਵਿੱਚ ਜਦੋਂ ਭਾਖੜਾ ਡੈਮ ਬਣਿਆ ਨਾ ਤੇ ਨਹਿਰਾਂ 'ਚ ਪਾਣੀ ਆਇਆ, ਕਾਮਰੇਡਾਂ ਨੇ ਨਾਅਰਾ ਦਿੱਤਾ ਸੀ ਕਿ ਬਿਜਲੀ ਕੱਢ ਲਈ ਭਾਖੜਾ ਤੇ ਫੋਕਾ ਪਾਣੀ ਪੰਜਾਬ ਨੂੰ ਦੇਤਾ। ਜੀ। ਉਹ ਸਾਰਾ ਕੁਝ ਜਿਹੜਾ ਕਰੰਟ ਸੀ ਉਹਦਾ ਦਿੱਲੀ ਵਾਲਿਆਂ ਨੇ ਕੱਢ ਲਿਆ ਤੇ ਫੋਕੇ ਪਾਣੀ 'ਚ ਮਧਾਣੀ ਪਾ ਕੇ ਪੰਜਾਬ ਵਾਲਿਆਂ ਨੂੰ ਫੜਾਤਾ, ਰਿੜਕੀ ਜਾਓ ਇਹਨੂੰ। ਜੀ ਜੀ। ਢਿੱਲੋਂ ਸਾਹਿਬ, ਇਸ ਤੋਂ ਇਲਾਵਾ ਤਰਨਤਾਰਨ ਦਾ ਪਿੰਡ ਹੈ ਸੰਭਰਾ, ਉੱਥੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਕਹਿੰਦੇ ਪਿੰਡ ਦੇ ਵਿੱਚ 12 ਸ਼ਮਸ਼ਾਨ ਘਾਟ ਨੇ। ਇੱਕ ਪਿੰਡ ਦੇ ਵਿੱਚ, ਛੋਟਾ ਜਿਹਾ ਪਿੰਡ ਆ, ਕਿਸ ਤਰ੍ਹਾਂ ਵੰਡਿਆ ਹੋਇਆ? ਪਿੰਡ ਕਾਫੀ ਹੈ ਜੀ। ਜੀ। ਇਹ ਪਿੰਡ ਦੇ ਵਿੱਚ 12 ਪੱਤੀਆਂ ਨੇ। ਉੱਥੋਂ ਦੇ 3-4 ਮਹੱਲੇ ਨੇ। ਜੀ। ਜੱਟ,
ਤਰਖਾਣ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਭਾਈਚਾਰੇ ਦੇ ਲੋਕ ਉੱਥੇ ਰਹਿੰਦੇ ਨੇ। 8 ਏਕੜ ਸਰਕਾਰੀ ਜ਼ਮੀਨ ਆ ਪੰਚਾਇਤੀ ਇਸ ਪਿੰਡ ਦੀ ਜੀ, ਤੇ 12 ਸ਼ਮਸ਼ਾਨ ਘਾਟ ਤੇ 12 ਹੀ ਕਹਿੰਦੇ ਗੁਰੂ ਘਰ ਨੇ। ਉੱਥੋਂ ਦੇ ਸਰਪੰਚ ਨੇ ਸਰਦਾਰ ਸਰਦੂਲ ਸਿੰਘ ਜੀ, ਉਹ ਕਹਿੰਦੇ ਅਸੀਂ ਬਹੁਤ ਵਾਰੀ ਯਤਨ ਕੀਤਾ ਹੈ ਕਿ ਇਕੱਠੇ ਹੋ ਜਾਓ, ਇਕੱਠਾ ਕਰ ਲਿਆ ਜਾਵੇ, ਪਰ ਉਹਨੂੰ ਬੂਰ ਨਹੀਂ ਪਿਆ। ਕੀ ਕਾਰਨ ਹੈ ਕਹਿ ਨਹੀਂ ਸਕਦੇ, ਪਰ ਇੱਕ ਪਿੰਡ ਦੇ ਵਿੱਚ 12 ਸ਼ਮਸ਼ਾਨ ਘਾਟ ਤਾਂ ਕਿਸੇ ਸ਼ਹਿਰ 'ਚ ਨਹੀਂ ਹੈਗੇ ਵੱਡੇ 'ਚ। ਬਿਲਕੁਲ ਨਹੀਂ ਹੈ। ਇਹ ਆਪਣੇ ਆਪ ਦਾ ਇੱਕ ਵੱਖਰਾ ਨਜ਼ਾਰਾ ਪੇਸ਼ ਕਰਦਾ ਪਿੰਡ ਹੈ। ਉੱਥੋਂ ਦੇ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਜੀ, ਉੱਥੋਂ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਗੁਰਪ੍ਰੀਤ ਸਿੰਘ, ਮੈਂਬਰ ਪੰਚਾਇਤ ਨੇ ਗੁਰਚਰਨਪ੍ਰੀਤ ਸਿੰਘ, ਇਹ ਸਾਰੇ ਇਹੀ ਕਹਿੰਦੇ ਆ ਕਿ ਜੀ ਇੱਕ ਹੋਣਾ ਚਾਹੀਦਾ ਹੈ। ਇਹਦੇ ਬਾਰੇ ਜਿਹੜਾ ਸਾਡੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੀ, ਇਹ ਜਿਹੜੀ એનર્ਜੀ ਹੋਰ ਪਾਸੇ ਵੱਲ ਨੂੰ ਲਾਉਂਦੇ ਆ ਨਾ, ਉਹ ਸਿਆਸੀ ਧਿਰ ਨੂੰ ਬਚਾਉਣ ਵਾਸਤੇ ਇਹਨਾਂ ਕੰਮਾਂ ਤੇ ਲਾਉਣ। ਆਦੇਸ਼ ਕਰਨ ਕਿ ਪਿੰਡਾਂ ਦੇ ਵਿੱਚ ਗੁਰੂ ਘਰ ਵੀ ਇੱਕ ਹੋਵੇ, ਸ਼ਮਸ਼ਾਨ ਘਾਟ। ਇਹਨਾਂ 'ਚ ਬਹੁਤਿਆਂ ਨੇ ਇਹ ਕਿਹਾ ਕਿ ਜੇ ਗੁਰੂ ਘਰ ਤੇ ਇਹ ਜਿਹੜਾ ਸ਼ਮਸ਼ਾਨ ਘਾਟ ਇੱਕ ਹੋ ਜਾਵੇ ਤਾਂ ਬਾਕੀ ਸ਼ਮਸ਼ਾਨ ਘਾਟਾਂ ਨੂੰ ਅਸੀਂ ਪਾਰਕ 'ਚ ਤਬਦੀਲ ਕਰ ਸਕਦੇ ਹਾਂ। ਬਿਲਕੁਲ ਜੀ, ਇਹ ਹੋਣਾ ਚਾਹੀਦਾ ਹੈ। ਇਹਦੇ ਵਿੱਚ ਜਿਹੜੇ ਮੰਤਰੀ ਸਾਹਿਬਾਨ ਉਸ ਇਲਾਕੇ ਨਾਲ ਸੰਬੰਧਿਤ ਹੈ, ਮੁੱਖ ਮੰਤਰੀ ਸਾਹਿਬ ਨੇ, ਇਹਨਾਂ ਨੂੰ ਵੀ ਦਖਲਅੰਦਾਜ਼ੀ ਦੇ ਕੇ ਇਹ ਜਿਹੜੇ ਸ਼ਮਸ਼ਾਨ ਘਾਟ ਨੇ ਉਹ ਇੱਕ ਕਰਵਾ ਦੇਣੇ ਚਾਹੀਦੇ ਨੇ। ਜੀ, ਇਸ ਤੋਂ ਇਲਾਵਾ ਹੁਣ ਕੇਂਦਰ ਸਰਕਾਰ ਰਾਜਾਂ ਨੂੰ ਇੱਕ ਰਾਹਤ ਦੇਣ ਜਾ ਰਹੀ ਆ, ਜਿਸ ਦੇ ਵਿੱਚ 1 ਲੱਖ ਕਰੋੜ ਦਾ ਜਿਹੜਾ ਕਰਜ਼ਾ ਸੀ ਉਹ ਵਿਆਜ ਰਹਿਤ ਜਿਹੜਾ ਰਾਜਾਂ ਨੂੰ ਮਿਲੇਗਾ ਪੰਜਾਬ ਸੂਬਿਆਂ ਦੇ ਵਿਕਾਸ ਦੇ ਲਈ। ਸੂਬਿਆਂ ਦੇ ਪੂੰਜੀਗਤ ਕਰਜ਼ਾ ਤੇ ਖਰਚ ਕਰਨ ਲਈ ਸਰਕਾਰ ਇੱਕ ਨਵੀਂ ਯੋਜਨਾ ਲੈ ਕੇ ਆ ਰਹੀ ਹੈ ਜੀ, ਜਿਹਦੇ ਵਿੱਚ 80,000 ਕਰੋੜ ਕਰਜ਼ਾ ਤਾਂ ਹੁਣੇ ਦਿੱਤਾ ਜਾ ਰਿਹਾ ਹੈ ਤੇ 50 ਸਾਲ ਤੱਕ ਤੁਸੀਂ ਉਹਦਾ ਵਿਆਜ ਨਹੀਂ ਦੇਣਾ। ਕੁੱਲ ਕਹਿੰਦੇ 1 ਲੱਖ ਕਰੋੜ ਦਾ ਟੀਚਾ ਹੈ ਜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ। ਜੇ ਇਹ ਗੱਲ ਆ ਜਾਂਦੀ ਹੈ ਚੰਗੀ ਹੈ। ਮੇਰਾ ਖਿਆਲ ਰਾਜਾਂ ਨੂੰ ਵੀ ਇਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਹੈ। ਜਿਹੜਾ ਉਹ ਕਰਜ਼ਾ ਲੈਣਗੇ ਘੱਟੋ ਘੱਟ 50 ਸਾਲ, ਜਿਹੜੇ ਹੁਣ ਰਾਜ ਕਰਦੇ ਆ ਤਾਂ ਰਹਿਣੇ ਨਹੀਂ, ਅੱਗੇ ਪਤਾ ਨਹੀਂ ਕਿਹਨੇ ਆਉਣਾ ਹੈ, ਜਿਹੜੇ ਉਹ ਕਰਜ਼ਾ ਮੋੜਨਗੇ। ਜੀ ਜੀ, ਢਿੱਲੋਂ ਸਾਹਿਬ ਇੱਕ ਜਾਂਦੇ ਜਾਂਦੇ ਦੁਖਦਾਈ ਖਬਰ ਵੀ ਸਾਂਝੀ ਕਰ ਦਈਏ। ਜਾਪਾਨ ਦੇ ਪ੍ਰਧਾਨ ਮੰਤਰੀ ਸੰਜੋ ਅਬੇ ਦਾ ਅੱਜ ਦੇਹਾਂਤ ਹੋ ਗਿਆ। ਸਵੇਰੇ ਉਹ ਸੰਬੋਧਨ ਕਰ ਰਹੇ ਸੀ ਤਾਂ ਉਸੇ ਦੌਰਾਨ ਹਮਲਾਵਰਾਂ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ, ਦਮ ਤੋੜ ਦਿੱਤਾ ਹੈ। ਦੇਖੋ, ਜਿਹੜਾ ਇਹ ਜਾਪਾਨ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਦਮ ਤੋੜਿਆ, ਉੱਥੇ ਹਮਲਾ ਕਿਉਂ ਕੀਤਾ ਗਿਆ ਇਹਦੀ ਡਿਟੇਲ ਤਾਂ ਅਜੇ ਆਉਣੀ ਹੈ ਜੀ, ਲੇਕਿਨ ਉਹ ਹਸਪਤਾਲ ਦੇ ਵਿੱਚ ਜ਼ਖਮਾਂ ਦੀ ਤਾਬ ਨਾਲ ਝੱਲਦਿਆਂ ਦਮ ਤੋੜ ਗਏ। ਬਹੁਤ ਅਫਸੋਸ ਹੈ। D5 ਦੀ ਪੂਰੀ ਟੀਮ ਉਹਨਾਂ ਦੀ ਇਸ ਮੌਤ ਤੇ ਅਫਸੋਸ ਦਾ ਪ੍ਰਗਟ ਕਰਦੀ ਹੈ। ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਐਲਾਨ ਕਰਤਾ ਕਿ ਕੱਲ੍ਹ 9 ਜੁਲਾਈ ਨੂੰ ਇੱਕ ਦਿਨ ਦਾ ਭਾਰਤ ਦੇ ਵਿੱਚ ਸੋਗ ਮਨਾਇਆ ਜਾਵੇਗਾ, ਜਿਹਦੇ ਲਈ ਸਰਕਾਰੀ ਦਫ਼ਤਰਾਂ ਦੇ ਉੱਤੇ ਰਾਸ਼ਟਰੀ ਝੰਡੇ ਅੱਧੇ ਝੁਕੇ ਰਹਿਣਗੇ। ਜੀ, ਇਹ ਸਤਿਕਾਰ ਹੁੰਦਾ ਕਿਸੇ ਵਿਅਕਤੀ ਦਾ। ਮੈਂ ਇੱਕ ਗੱਲ ਕਹਾਂ ਕਿ ਜਾਪਾਨੀਆਂ ਦਾ ਜਿਹੜਾ ਦੇਸ਼ ਭਗਤੀ ਦੀ ਭਾਵਨਾ ਹੈ ਉਹ ਦੂਜਾ ਕਿਸੇ ਦੇ ਨੇੜੇ ਤੇੜੇ ਵੀ ਨਹੀਂ ਖੜਦੀ। ਉਹਨਾਂ ਨੇ ਆਪਣੇ ਮੁਲਕ ਲਈ ਉਹ ਇੰਨੇ ਕੁ ਪਾਬੰਦ ਨੇ, ਉਹ ਦੇਸ਼ ਭਗਤੀ ਦੀ ਭਾਵਨਾ ਕੁਝ ਸਾਡੇ ਵਾਲਿਆਂ ਨੂੰ ਵੀ ਉਹਨਾਂ ਤੋਂ ਸਿੱਖਣ ਦੀ ਜ਼ਰੂਰਤ ਹੈ। ਜੀ, ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇਹ ਸਨ ਜਸਪਾਲ ਸਿੰਘ ਢਿੱਲੋਂ, ਸੀਨੀਅਰ ਐਡੀਟਰ, ਜਿਹੜੇ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਚਰਚਾ ਕਰ ਰਹੇ ਸੀ ਤੇ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਦੇ ਰਹੇ ਸੀ। ਕੱਲ ਨੂੰ ਅਸੀਂ ਨਵੇਂ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤੁਸੀਂ ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।